Question number 136. The correct order of basicity of the following compound is. Basicity ਦਾ ਮਤਲਬ ਕੀ ਹੁੰਦਾ ਹੈ? ਇਲੈਕਟ੍ਰੋਨ ਡੋਨੇਸ਼ਨ। ਜੋ ਜਿੰਨਾ ਜਲਦੀ ਇਲੈਕਟ੍ਰੋਨ ਨੂੰ ਡੋਨੇਟ ਕਰੇਗਾ ਤਾਂ ਉਸਦਾ ਜੋ ਬੇਸਿਕ ਕਰੈਕਟਰ ਹੈ ਉਨਾ ਹੀ ਕੀ ਹੋਏਗਾ ਤੁਹਾਡਾ ਜ਼ਿਆਦਾ ਹੋਏਗਾ। ਤਾਂ ਦੇਖੋ ਫਸਟ ਆਪਸ਼ਨ ਦੇ ਵਿੱਚ ਦੇਖੋ ਨਾਈਟ੍ਰੋਜਨ ਦੇ ਉੱਪਰ ਜੋ ਲੋਨ ਪੇਅਰ ਨੇ ਦੇ ਕੈਨ ਪਾਰਟਿਸਿਪੇਟ ਇਨ ਯੋਰ ਰੈਜ਼ੋਨੈਂਸ। ਤਾਂ ਰੈਜ਼ੋਨੈਂਸ ਨਾਲ ਜਦੋਂ ਪਾਰਟਿਸਿਪੇਟ ਕਰੇਗਾ ਤਾਂ ਇਸ ਨਾਈਟ੍ਰੋਜਨ ਦੇ ਉੱਪਰ ਜੋ ਇਲੈਕਟ੍ਰੋਨ ਡੈਂਸਿਟੀ ਹੈ that becomes quite high, ਜਿਸ ਕਰਕੇ ਜੋ ਇਸਦਾ ਬੇਸਿਕ ਕਰੈਕਟਰ ਹੈ, ਜੋ ਇਸਦੀ ਇਲੈਕਟ੍ਰੋਨ ਨੂੰ ਡੋਨੇਟ ਕਰਨ ਦੀ ਪਾਵਰ ਹੈ ਬਹੁਤ ਹੀ ਜ਼ਿਆਦਾ ਹੋ ਜਾਏਗੀ, ਇਨਕਰੀਜ਼ ਕਰ ਜਾਏਗੀ। ਤਾਂ ਫਸਟ ਜੋ ਹੈ that is the most basic one among the given compounds। ਤਾਂ ਇਸ ਬੇਸਿਸ ਤੇ ਤੁਹਾਡਾ A ਤੇ C ਆਪਸ਼ਨ ਰਿਜੈਕਟ ਹੋ ਜਾਂਦੇ। ਅਗਰ ਤੁਸੀਂ ਗੱਲ ਕਰਦੇ ਹੋ ਆਪਣੇ ਅਮਾਈਨਸ ਦੀ, ਤਾਂ ਅਗਰ ਅਮਾਈਨਸ ਦੇ ਵਿੱਚ ਜੋ ਤੁਹਾਡਾ R ਗਰੁੱਪ ਹੈ ਅਗਰ ਉਹ ਤੁਹਾਡਾ ਮਿਥਾਈਲ ਹੈ ਤਾਂ ਉਸ ਕੇਸ ਦੇ ਵਿੱਚ ਬੇਸਿਕ ਕਰੈਕਟਰ ਦਾ ਆਰਡਰ ਕੀ ਆਂਦਾ ਹੈ ਤੁਹਾਡਾ ਸੈਕੰਡਰੀ, ਦੈਨ ਪ੍ਰਾਇਮਰੀ, ਦੈਨ ਟਰਸ਼ਰੀ, ਦੈਨ ਅਮੋਨੀਆ ਆਂਦਾ ਹੈ। ਬਟ ਅਗਰ ਤੁਹਾਡਾ R ਗਰੁੱਪ ਮਿਥਾਈਲ ਨੂੰ ਛੱਡ ਕੇ ਕੋਈ ਇਥਾਈਲ ਹੈ, ਕੋਈ ਪ੍ਰੋਪਾਈਲ ਹੈ, ਆਈਸੋਬਿਊਟਾਈਲ ਹੈ ਤਾਂ ਉਸ ਕੇਸਿਸ ਦੇ ਵਿੱਚ ਜੋ ਤੁਹਾਡਾ ਬੇਸਿਸਿਟੀ ਦਾ ਜੋ ਆਰਡਰ ਆਂਦਾ ਹੈ that is your secondary, then tertiary, then primary, then ਅਮੋਨੀਆ ਆਂਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਸੈਕਿੰਡ ਤੇ ਥਰਡ ਕੇਸ ਦੇ ਵਿੱਚ ਥਰਡ ਵਾਲਾ ਜੋ ਹੈ ਤੁਹਾਡਾ ਸੈਕੰਡਰੀ ਅਮਾਈਨ ਹੈ that will be the more basic। ਤਾਂ ਇੱਥੇ ਆਂਸਰ ਕੀ ਆਏਗਾ? ਫਸਟ ਤੋਂ ਬਾਅਦ ਕਿਹੜਾ ਆਂਸਰ ਆਏਗਾ ਤੁਹਾਡਾ? ਥਰਡ ਆਏਗਾ। ਤਾਂ ਇਸ ਬੇਸਿਸ ਤੇ ਤੁਹਾਡਾ ਆਂਸਰ ਕੀ ਬਣੇਗਾ? ਬੀ ਆਪਸ਼ਨ ਬਣੇਗਾ। ਦੇਖੋ ਜੋ ਫੋਰਥ ਆਪਸ਼ਨ ਹੈ that is your amide। ਅਮਾਈਡ ਜਨਰਲੀ ਕੀ ਹੁੰਦੇ ਨੇ? ਐਸਿਡਿਕ ਹੁੰਦੇ ਨੇ, ਦੇ ਆਰ ਕੁਆਇਟ ਐਸਿਡਿਕ ਹੁੰਦੇ ਨੇ ਐਸ ਕੰਪੇਅਰ ਟੂ ਦਾ ਬੇਸਿਕ ਕਰੈਕਟਰ। ਇਹਨਾਂ ਦਾ ਜੋ ਐਸਿਡਿਕ ਕਰੈਕਟਰ ਹੁੰਦਾ ਹੈ ਉਹ ਜ਼ਿਆਦਾ ਹੁੰਦਾ ਹੈ। ਰੀਜ਼ਨ ਕੀ ਹੈ? ਕਿਉਂਕਿ ਜਦੋਂ ਆਪਾਂ ਇੱਕ ਹਾਈਡਰੋਜਨ ਉੱਥੋਂ ਰਿਮੂਵ ਕਰ ਦਿੰਦੇ ਹਾਂ that ਹਾਈਡਰੋਜਨ ਰਿਮੂਵ ਕਰਨ ਤੋਂ ਬਾਅਦ ਜੋ ਨੈਗੇਟਿਵ ਚਾਰਜ ਆਂਦਾ ਹੈ that is resonance stabilized ਹੁੰਦਾ ਹੈ। ਤਾਂ resonance stabilized ਹੋਣ ਕਾਰਨ ਇੱਥੇ ਜੋ ਤੁਹਾਡਾ ਅਮਾਈਡ ਦੇ ਕੇਸ ਦੇ ਵਿੱਚ ਜੋ ਹਾਈਡਰੋਜਨ ਹੁੰਦੇ ਨੇ that are quite acidic as compared to its basic character। ਤਾਂ ਇੱਥੇ ਆਂਸਰ ਕੀ ਆਏਗਾ correct ਤੁਹਾਡਾ? ਬੀ ਆਪਸ਼ਨ। ਕੁਐਸਚਨ ਨੰਬਰ 137। ਤਾਂ 137 ਦੇ ਵਿੱਚ ਦੇਖੋ Na ਪੋਜ਼ਿਟਿਵ ਹੈ, Cn ਨੈਗੇਟਿਵ ਹੈ, Cn ਨੈਗੇਟਿਵ ਹੈ। Cn ਦੇਖੋ ਆਪਣੇ ਕੋਲ ਜੋ ਗਿਵਨ सबस्ट्रेट है अपने को देखो की है कार्बन ऊपर डेल्टा पॉजिटिव चार्ज आएगा, क्लोरीन ऊपर डेल्टा नेगेटिव आएगा। तो जो थोड़ा नेगेटिव पार्ट है वो थोड़ी कार्बन के ऊपर अटैक करेगा इलेक्ट्रोफिलिक कार्बन के ऊपर, ते Cl ग्रुप की हो जाएगा थोड़ा बाहर हो जाएगा। सो इट इज एन अ काइंड ऑफ योर न्यूक्लियोफिलिक सब्सटीट्यूशन रिएक्शन इन द फर्स्ट पार्ट। ਸੈਕਿੰਡ ਸਟੈਪ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ? ਆਪਾਂ ਹਾਈਡਰੋਜਨੇਸ਼ਨ ਕਰ ਰਹੇ ਹਾਂ। ਤਾਂ ਜੋ ਤੁਹਾਡਾ ਸਾਇਨਾਈਡ ਗਰੁੱਪ ਹੁੰਦਾ ਹੈ ਇਹ ਸਾਇਨਾਈਡ ਨੂੰ ਕਾਹਦੇ ਵਿੱਚ ਕਨਵਰਟ ਕਰ ਦਿੰਦਾ ਹੈ? ਡਬਲ ਬੌਂਡ ਨੂੰ, ਟ੍ਰਿਪਲ ਬੌਂਡ ਨੂੰ ਬ੍ਰੇਕ ਕਰਕੇ ਤੁਹਾਡੇ ਹਾਈਡਰੋਜਨ ਦੇ ਕੇ ਤੁਹਾਡੇ ਕਨਵਰਟ ਕਰ ਦਿੰਦਾ ਹੈ ਤੁਹਾਡੇ ਪ੍ਰਾਇਮਰੀ ਅਮੀਨਸ ਦੇ ਵਿੱਚ। ਕਾਹਦੇ ਵਿੱਚ ਕਨਵਰਟ ਕਰ ਦਿੰਦਾ ਹੈ? ਤੁਹਾਡੇ ਸਾਇਨਾਈਡ ਗਰੁੱਪ ਨੂੰ, ਟ੍ਰਿਪਲ ਬੌਂਡ ਨੂੰ ਪ੍ਰਾਇਮਰੀ ਅਮੀਨ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਉਸ ਤੋਂ ਬਾਅਦ ਦੇਖੋ ਇਸ ਦੀ ਰਿਐਕਸ਼ਨ ਹੈ ਐਸਿਟਿਕ ਐਨਹਾਈਡਰਾਈਡ ਦੇ ਨਾਲ। ਤਾਂ ਤੁਸੀਂ ਦੇਖ ਸਕਦੇ ਹੋ ਦਿਸ ਇਜ਼ ਦਾ ਸਟਰਕਚਰ ਆਫ ਯੋਰ ਐਸਿਟਿਕ ਐਨਹਾਈਡਰਾਈਡ। ਨਾਈਟ੍ਰੋਜਨ ਕੋਲ ਇੱਥੇ ਕੀ ਪਏ ਨੇ? ਲੋਨ ਪੇਅਰ ਪਏ ਨੇ। ਐਂਡ ਨਾਈਟ੍ਰੋਜਨ ਦੇ ਜਿਹੜੇ ਆਹ ਲੋਨ ਪੇਅਰ ਨੇ that can attack on the carbonyl carbon and this group will eliminate। why this so? because ਜਦੋਂ ਇਹ ਗਰੁੱਪ ਬਾਹਰ ਨਿਕਲਦਾ ਹੈ that group ਜੋ acetate group ਹੈ that is resonance stabilized ਹੁੰਦਾ ਹੈ। ਤਾਂ ਇੱਥੇ ਜੋ ਤੁਹਾਡਾ ਫਾਈਨਲ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ? CH3 CH2 CH2 NH। ਨਾਈਟ੍ਰੋਜਨ ਅਟੈਕ ਕਿਸ ਤੇ ਕਰ ਰਿਹਾ ਹੈ? ਕਾਰਬੋਨਿਲ ਕਾਰਬਨ ਤੇ, C ਡਬਲ ਬੌਂਡ O CH3। ਤਾਂ ਇੱਥੇ ਜੋ ਤੁਹਾਡਾ ਫਾਈਨਲ ਪ੍ਰੋਡਕਟ ਆਏਗਾ that is your A option। क्वेश्चन नंबर 138 that is a naming reaction that is your carbamine reaction या जिसको ਆਪਾਂ isocyanide test ਵੀ ਬੋਲ ਦਿੰਦੇ ਹਾਂ। isocyanide test that is specially for your primary amine। ਧਿਆਨ ਰੱਖਣਾ ਜੋ ਤੁਹਾਡਾ isocyanide test ਹੁੰਦਾ ਹੈ ਉਹ ਤੁਹਾਡੇ primary amine aromatic as well as aliphatic ਦੋਨੋਂ ਦਿੰਦੇ ਨੇ। ਪ੍ਰਾਇਮਰੀ ਅਮੀਨ ਐਲੀਫੈਟਿਕ as well as aromatic ਅਮੀਨਸ ਇਸ ਟੈਸਟ ਨੂੰ ਦਿੰਦੇ ਨੇ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਵੀ ਆਪਣਾ ਅਮੀਨ ਹੈ ਅਗਰ ਆਪਾਂ ਉਸਦੀ ਰਿਐਕਸ਼ਨ ਤੁਹਾਡਾ ਕਲੋਰੋਫੋਮ ਇਨ ਦਾ ਪ੍ਰੈਜ਼ੈਂਸ ਆਫ ਬੇਸ ਕਰਦੇ ਹਾਂ there will be a formation of your isocyanide and due to its very poor smell, suffocating smell, that test is as used as a distinguished test for the determination of your primary amine। ਤਾਂ ਇੱਥੇ ਕੀ ਬਣਦਾ ਹੈ ਤੁਹਾਡਾ ਫਾਈਨਲ ਪ੍ਰੋਡਕਟ? ਕੀ ਬਣਦਾ ਹੈ ਤੁਹਾਡਾ? isocyanide ਬਣਦਾ ਹੈ। ਆਂਸਰ ਕੀ ਆਏਗਾ ਤੁਹਾਡਾ? C option that is a naming reaction and also as a distinguished test to distinguish your primary amine from your secondary and the tertiary amines। Question number 139। Which product will be obtained in the following reaction? देखो concentrated HNO3 है that is a nitrating agent ਤਾਂ ਕੀ produce ਕਰਦਾ ਹੈ ਤੁਹਾਡਾ NO2 positive। ऊपर दी थोड़ा देखो OH ग्रुप इलेक्ट्रॉन डोनेटिंग है,
ਇਲੈਕਟ੍ਰੋਨ ਡੋਨੇਟਿੰਗ ਗਰੁੱਪ ਕੀ ਹੁੰਦੇ ਨੇ ਤੁਹਾਡੇ ਔਰਥੋ ਪੈਰਾ ਡਾਇਰੈਕਟਿੰਗ ਹੁੰਦੇ ਨੇ। ਦੈਟ ਮੀਨਸ ਜੋ ਵੀ ਪ੍ਰੋਡਕਟ ਬਣੇਗਾ ਉਹ ਜੋ ਤੁਹਾਡਾ ਇਲੈਕਟ੍ਰੋਫਾਈਲ ਹੈ ਉਸ ਨੂੰ ਇਨਕਮਿੰਗ ਇਲੈਕਟ੍ਰੋਫਾਈਲ ਨੂੰ ਔਰਥੋ ਤੇ ਪੈਰਾ ਪੋਜੀਸ਼ਨ ਤੇ ਕੀ ਕਰੇਗਾ ਡਾਇਰੈਕਟ ਕਰੇਗਾ। ਨਾਓ ਦੇ ਹੈਵ ਆਸਕ ਕਿ ਮੇਜਰ ਪ੍ਰੋਡਕਟ ਕੀ ਆਏਗਾ, ਤਾਂ ਤੁਸੀਂ ਦੇਖ ਸਕਦੇ ਹੋ, ਦੇਖੋ ਇੱਥੇ ਜੋ ਆਪਸ਼ਨਸ ਆਪਾਂ ਦੇਖਦੇ ਹਾਂ ਡੀ ਆਪਸ਼ਨ ਚੈੱਕ ਕਰੋ, ਦੇਖੋ ਜੋ ਸਾਰੇ ਗਰੁੱਪ ਕੀ ਨੇ ਇੱਕੋ ਸਾਈਡ ਲੱਗੇ ਹੋਏ ਨੇ ਤਾਂ ਸਟੈਰਿਕ ਬਲਕ ਕ੍ਰੀਏਟ ਕਰਨਗੇ, ਇਟ ਕਾਂਟ ਬੀ ਦਾ ਮੇਜਰ ਪ੍ਰੋਡਕਟ। ਸਿਮਿਲਰਲੀ ਇਨ ਕੇਸ ਆਫ ਬੀ ਤਾਂ ਦੇਖੋ ਚਾਰ ਗਰੁੱਪ ਸਾਈਮਲਟੇਨੀਅਸਲੀ ਲੱਗੇ ਹੋਏ ਨੇ, ਸਟੈਰਿਕ ਬਲਕ ਕ੍ਰੀਏਟ ਕਰਨਗੇ, ਸਟੈਰਿਕ ਹਿੰਡਰੈਂਸ ਕ੍ਰੀਏਟ ਕਰਨਗੇ, ਇਟ ਕਾਂਟ ਬੀ ਯੋਰ ਮੇਜਰ ਪ੍ਰੋਡਕਟ, ਹੈ ਨਾ। ਤਾਂ ਇੱਥੇ ਦਾ ਜੋ ਕਰੈਕਟ ਆਂਸਰ ਹੈ ਦੈਟ ਇਜ਼ ਯੋਰ ਸੀ ਆਪਸ਼ਨ। ਇਸ ਦਾ ਕਾਰਨ ਕੀ ਹੈ, ਬਿਕੋਜ਼ ਦੇਖੋ ਇੱਥੇ ਜੋ OH ਗਰੁੱਪ ਹੈ ਤੇ NO2 ਗਰੁੱਪ ਹੈ that can participate in your intra hydrogen bonding, ਇਹ ਇੰਟਰਾ ਹਾਈਡਰੋਜਨ ਬੌਂਡਿੰਗ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ, ਜਿਸ ਕਰਕੇ ਜੋ ਤੁਹਾਡਾ ਸਟਰਕਚਰ ਹੈ ਉਹ ਸਟੇਬਲ ਹੋ ਜਾਂਦਾ ਹੈ। ਹਾਈਡਰੋਜਨ ਬੌਂਡਿੰਗ ਕਿੱਦਾਂ ਕਰਦੇ ਨੇ, ਇਸ ਤਰ੍ਹਾਂ ਹਾਈਡਰੋਜਨ ਬੌਂਡਿੰਗ ਦੀ ਪਾਰਟਿਸਿਪੇਸ਼ਨ ਉਹ ਕਰਦੇ ਨੇ ਜਿਸ ਦੇ ਨਾਲ ਤੁਹਾਡਾ ਕੀ ਹੋ ਜਾਂਦਾ ਹੈ, ਸਟਰਕਚਰ ਕੀ ਹੋ ਜਾਂਦਾ ਹੈ, ਸਟੇਬਲ ਹੋ ਜਾਂਦਾ ਹੈ। ਐਂਡ ਦੈਟ ਇਜ਼ ਵਾਈ ਇੱਥੇ ਮੇਜਰ ਪ੍ਰੋਡਕਟ ਕੀ ਬਣੇਗਾ, ਸੀ ਆਪਸ਼ਨ। ਦੇਖੋ ਸਮਟਾਈਮਸ ਕੀ ਹੁੰਦਾ ਹੈ ਕਿ ਤੁਹਾਨੂੰ ਸਮਟਾਈਮਸ ਪ੍ਰੋਡਕਟ ਨਹੀਂ ਬਣਾਉਣਾ ਆਉਂਦਾ ਜਾਂ ਤੁਸੀਂ ਡਿਸਟਿੰਗੁਇਸ਼ ਨਹੀਂ ਕਰ ਪਾਉਂਦੇ ਕਿ ਪ੍ਰੋਡਕਟ ਕਿੱਦਾਂ ਫਾਰਮ ਕਰਨਾ ਹੈ, ਤਾਂ ਉਹਨਾਂ ਕੇਸਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ, ਜੋ ਗਿਵਨ ਆਪਸ਼ਨਸ ਨੇ ਉਹਨਾਂ ਨੂੰ ਧਿਆਨ ਨਾਲ ਐਨਾਲਾਈਜ਼ ਕਰਨਾ ਹੈ, ਉਹਨਾਂ ਨੂੰ ਚੈੱਕ ਕਰਨਾ ਹੈ ਐਂਡ ਆਬਜੈਕਟਿਵ ਅਪਰੋਚ ਦੇ ਨਾਲ ਆਪਸ਼ਨਸ ਨੂੰ ਐਲੀਮੀਨੇਟ ਕਰਨਾ ਹੁੰਦਾ ਹੈ, so that you can easily find out your answer. Moving on to the next question, question number 140. Violet color is obtained when dilute copper sulfate is added in an alkaline solution of protein. This test is known as, तो इस टेस्ट ਨੂੰ ਆਪਾਂ ਜੋ ਪ੍ਰੋਟੀਨ ਦੇ ਹੁੰਦੇ ਨੇ that is known as your Biot test। ਸਪੈਸ਼ਲੀ ਆਪਾਂ ਪ੍ਰੋਟੀਨ ਲਈ ਕਰਦੇ ਹਾਂ ਜੋ ਆਪਾਂ ਨੂੰ ਵਾਇਲਟ ਪਰਪਲ ਕਲਰ ਦਿੰਦਾ ਹੈ। ਜੋ ਤੁਹਾਡਾ ਬੈਨੇਡਿਕਟ ਸੋਲੂਸ਼ਨ ਹੁੰਦਾ ਹੈ ਉਹ ਬੇਸਿਕਲੀ ਆਪਾਂ ਐਲਡੀਹਾਈਡ ਲਈ ਯੂਜ਼ ਕਰਦੇ ਹਾਂ। ਜੋ ਤੁਹਾਡਾ ਮਿਲੋਨਸ ਟੈਸਟ ਹੁੰਦਾ ਹੈ ਉਹ ਵੀ ਪ੍ਰੋਟੀਨ ਲਈ ਹੀ ਹੁੰਦਾ ਹੈ, ਬਟ ਇੱਥੇ ਜੋ ਆਪਾਂ ਯੂਜ਼ ਕਰਦੇ ਹਾਂ that is your nitric acid in the presence of ਮਰਕਰੀ ਨਾਈਟ੍ਰੇਟ ਯੂਜ਼ ਕਰਦੇ ਹਾਂ, ਤੇ ਇੱਥੇ ਤੁਹਾਨੂੰ ਬਰਾਊਨ ਰੈੱਡ ਕਲਰ ਦੇ ਪ੍ਰੈਸਿਪਿਟੇਸ਼ਨ ਜਾਂ ਬਰਾਊਨ ਰੈੱਡ ਕਲਰ ਦਾ ਸੋਲੂਸ਼ਨ ਆਬਟੇਨਡ ਹੁੰਦਾ ਹੈ। ਨੈਕਸਟ ਹੈ ਮੋਲਿਸ ਟੈਸਟ। ਮੋਲਿਸ ਟੈਸਟ ਆਪਾਂ ਕਾਰਬੋਹਾਈਡਰੇਟਸ ਲਈ ਕਰਦੇ ਹਾਂ, ਜੋ ਕਿ ਆਪਣੇ ਜਦੋਂ ਆਪਾਂ ਜੰਕਸ਼ਨ ਤੇ ਆਪਣੇ ਕੋਲ ਕੀ ਬਣਦਾ ਹੈ ਤੇ ਪਰਪਲ ਰਿੰਗ ਬਣਦੀ ਹੈ, that is for the carbohydrate। ਤਾਂ ਮੋਲਿਸ ਟੈਸਟ ਦੇ ਵਿੱਚ ਆਪਾਂ ਜਨਰਲੀ ਅਲਫਾ ਨੈਪਥੋਲ ਯੂਜ਼ ਕਰਦੇ ਹਾਂ। ਤਾਂ ਇਹ ਕੁਝ ਟੈਸਟ ਸੀ ਜੋ ਤੁਸੀਂ ਧਿਆਨ ਰੱਖਣੇ ਨੇ ਕਿਸ ਲਈ ਕਿਹੜਾ ਯੂਜ਼ ਕਰਦੇ ਹਾਂ, ਪੇਪਰ ਦੇ ਵਿੱਚ ਤੁਹਾਡੇ ਤੋਂ ਪੁੱਛੇ ਜਾ ਸਕਦੇ। Question number 141. RNA is different from DNA because RNA contains, ਦੇਖੋ RNA ਤੇ DNA ਦੇ ਵਿੱਚ ਦੋ ਚੀਜ਼ਾਂ ਦਾ ਫਰਕ ਹੁੰਦਾ ਹੈ। ਸਭ ਤੋਂ ਪਹਿਲਾਂ ਜੋ ਸ਼ੂਗਰ ਹੈ, ਸ਼ੂਗਰ ਜੋ RNA ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ that is your ribose sugar, ਔਰ ਜੋ DNA ਦੇ ਵਿੱਚ ਸ਼ੂਗਰ ਹੁੰਦੀ ਹੈ that is your deoxyribose sugar ਹੁੰਦੀ ਹੈ। ਤਾਂ ਪਹਿਲਾ ਡਿਸਟਿੰਗੁਇਸ਼ ਕੀ ਹੈ ਕਿ RNA ਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਰਾਈਬੋਸ ਸ਼ੂਗਰ ਹੁੰਦਾ ਹੈ। ਦੂਸਰਾ ਹੁੰਦਾ ਹੈ ਜੋ ਆਪਾਂ ਬੇਸ ਪੇਅਰ ਯੂਜ਼ ਕਰਦੇ ਹਾਂ DNA ਦੇ ਵਿੱਚ ਆਪਾਂ ਕੀ ਹੁੰਦਾ ਹੈ ਤੁਹਾਡਾ ਐਡਨਿਨ, ਗੁਆਨਿਨ, ਸਿਸਟੀਨ ਤੇ ਥਾਈਮੀਨ ਹੁੰਦਾ ਹੈ, ਜਦਕਿ ਜੋ RNA ਹੈ ਉਹਦੇ ਵਿੱਚ ਐਡਨਿਨ, ਗੁਆਨਿਨ, ਸਿਸਟੀਨ ਤੇ ਯੂਰਾਸਿਲ ਹੁੰਦਾ ਹੈ। that means ਥਾਈਮੀਨ ਤੇ ਯੂਰਾਸਿਲ ਦੋਨੋਂ ਐਕਸਚੇਂਜ ਹੁੰਦੇ ਨੇ, ਤਾਂ ਜੋ ਤੁਹਾਡਾ RNA ਹੈ that ਉਸਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ ਤੁਹਾਡਾ ਯੂਰਾਸਿਲ ਪ੍ਰੈਜ਼ੈਂਟ ਹੁੰਦਾ ਹੈ। ਧਿਆਨ ਰੱਖਣ ਵਾਲੀ ਗੱਲ ਕੀ ਹੈ ਕਿ ਜੋ ਥਾਈਮਨ ਤੇ ਯੂਰਾਸਿਲ ਹੈ ਸਿਰਫ ਇੱਕ ਮਿਥਾਈਲ ਗਰੁੱਪ ਦੇ ਨਾਲ ਡਿਫਰੈਂਟ ਹੁੰਦੇ ਨੇ, ਇਹਨਾਂ ਵਿੱਚ ਸਿਰਫ ਇੱਕ ਮਿਥਾਈਲ ਗਰੁੱਪ ਦਾ ਡਿਫਰੈਂਸ ਪ੍ਰੈਜ਼ੈਂਟ ਹੁੰਦਾ ਹੈ। 144 ਦਾ ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। क्वेश्चन नंबर 142, the human body doesn't produce, देखो जो अपनी ह्यूमन बॉडी है वो सिर्फ विटामिन ਨੂੰ ਪ੍ਰੋਡਿਊਸ ਨਹੀਂ ਕਰ ਸਕਦੀ, ਇਹ ਆਪਾਂ ਬਾਹਰ ਤੋਂ ਆਪਣੇ ਜੋ ਫੂਡ ਜਾਂ ਸੋਰਸਿਸ ਖਾਂਦੇ ਹਾਂ ਵਿਟਾਮਿਨ ਉਸ ਤੋਂ ਆਪਾਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰਦੇ ਹਾਂ। our body can't synthesizes your vitamins। ਤਾਂ 142 ਦਾ ਆਂਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ। क्वेश्चन नंबर 143, the term anomer, anomer ਦਾ ਮਤਲਬ ਕੀ ਹੁੰਦਾ ਹੈ, ਜੋ ਇਸ ਤਰ੍ਹਾਂ ਦੇ ਸਟਰਕਚਰ ਡਾਇਸਟੀਰੀਓਮਰਸ ਆਪਾਂ ਕਹਿ ਸਕਦੇ ਹਾਂ that differ at configuration only carbon number 1, ਜੋ ਤੁਹਾਡੇ ਪਹਿਲੇ ਕਾਰਬਨ ਤੇ ਡਿਫਰੈਂਟ ਹੁੰਦੀ ਹੈ ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡੇ ਐਨੋਮਰਸ ਬੋਲਦੇ ਹਾਂ। ਤਾਂ ਇਸ ਤਰ੍ਹਾਂ ਦੇ ਆਪਣੇ ਆਈਸੋਮਰ ਜੋ ਤੁਹਾਡੇ ਪਹਿਲੇ ਕਾਰਬਨ ਤੇ ਜਿਨ੍ਹਾਂ ਦੀ ਕਨਫੀਗਰੇਸ਼ਨ ਡੈਫਰ ਕਰਦੀ ਹੈ that are known as your ਐਨੋਮਰਸ। ਅਗਰ ਪਹਿਲੇ ਕਾਰਬਨ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਹੁੰਦੇ ਨੇ, ਕਨਫੀਗਰੇਸ਼ਨ ਡਿਫਰੈਂਟ ਹੁੰਦੀ ਹੈ ਕਾਰਬਨ ਸੀ, ਤਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਐਪੀਮਰਸ, they are known as your ਐਪੀਮਰਸ। ਤਾਂ ਐਨੋਮਰ is a class of diastereomers that differ in configuration at carbon number 1। Question number 144, that is from the polymer chemistry। Polymer formation from monomer starts
ਵਾਇਆ। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਦੋਂ ਵੀ ਪੋਲੀਮਰ ਮੋਨੋਮਰਸ ਤੋਂ ਬਣਦੇ ਨੇ ਤਾਂ ਕੰਡੈਂਸੇਸ਼ਨ ਰਿਐਕਸ਼ਨਸ ਹੁੰਦੀਆਂ ਨੇ ਜਨਰਲੀ ਬਿਟਵੀਨ ਮੋਨੋਮਰਸ। ਦੈਟ ਮੀਨਸ ਜਦੋਂ ਵੀ ਮੋਨੋਮਰਸ ਕੰਬਾਈਨ ਕਰਦੇ ਨੇ देयर विल बी अ एलिमिनेशन ऑफ स्मॉल मॉलिक्यूल्स लाइक वाटर, लाइक एल्कोहल, लाइक अमोनिया। ਤਾਂ ਉਸ ਤਰ੍ਹਾਂ ਦੀ ਰਿਐਕਸ਼ਨਸ ਨੂੰ ਆਪਾਂ ਬੋਲਦੇ ਹਾਂ ਕੰਡੈਂਸੇਸ਼ਨ। ਤਾਂ ਜਦੋਂ ਕਾਫੀ ਸਾਰੇ ਮੋਨੋਮਰਸ ਤੁਹਾਡੇ ਕੰਬਾਈਨ ਹੁੰਦੇ ਨੇ देयर विल बी अ कंडेंसेशन रिएक्शन via elimination of small molecule to form a large polymer formation। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ। क्वेश्चन नंबर 145 ਕਹਿੰਦੇ ਇੱਕ ਸੈਂਪਲ ਹੈ ਜਿਹਦੇ ਵਿੱਚ 30% of the molecule mass ਕਿੰਨਾ ਹੈ 20,000 ਹੈ, 40% ਦਾ mass 30,000 ਹੈ ਐਂਡ ਬਾਕੀ ਜਿੰਨਾ ਵੀ ਰੈਸਟ ਬਚਦਾ ਹੈ ਉਹਨਾਂ ਦਾ mass ਕਿੰਨਾ ਹੈ 60,000 ਹੈ। ਤਾਂ ਤੁਸੀਂ ਕੈਲਕੂਲੇਟ ਕਰਨਾ ਹੈ ਐਵਰੇਜ ਮੋਲੀਕੂਲਰ weight। ਦੇਖੋ ਇਸ ਦਾ ਫਾਰਮੂਲਾ ਕੀ ਹੁੰਦਾ ਹੈ ਐਵਰੇਜ ਮੋਲੀਕੂਲਰ weight ਨੂੰ ਕੈਲਕੂਲੇਟ ਕਰਨ ਦਾ, that is your MW, that is equals to summation Ni mi square divided by summation NI MI। that is a formula based question। देखो NI मतलब कितने नंबर ने, तो पहले ਦੇ कितने नंबर ने, मतलब टोटल 100 मॉलिक्यूल ਸੀ ਤਾਂ आउट ऑफ 100 30 मॉलिक्यूलर जो weight है वो कितना है 20,000। ਤਾਂ ਤੁਸੀਂ ਕੀ ਲਿਖੋਗੇ 20,000 ਦਾ ਸਕੁਆयर प्लस बाकी 40 ने 40 ਦਾ देखो weight कितना है 30,000 ਤਾਂ 30,000 ਦਾ ਸਕੁਆयर प्लस रिमेनिंग किन्ने बच गए ਤੁਹਾਡੇ 70 ਹੋ ਚੁੱਕੇ ਨੇ 30 plus 40 ਕਿੰਨੇ ਬਚ ਗਏ 30 ਐਂਡ ਮਾਸ ਕਿੰਨਾ ਹੈ ਉਹਨਾਂ ਦਾ 60,000 ਦਾ ਸਕੁਆयर ਡਿਵਾਈਡਡ ਬਾਈ ਸਮੀਸ਼ਨ NIMI। ਤਾਂ ਦੇਖੋ 30 into 20,000 plus 40 into 30,000 plus 30 into 60,000। ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਜੋ ਤੁਹਾਡਾ ਆਨਸਰ ਆਏਗਾ that comes out to be your C option। Question number 146, what will happen if lithium aluminium hydride is added to your ester। ਧਿਆਨ ਨਾਲ ਸਮਝੋ, ਦੇਖੋ ester group ਆਹਾ ਹੈ ਤਾਂ ਜਦੋਂ ਤੁਸੀਂ ester ਦੇ ਵਿੱਚ lithium aluminium hydride ਜੋ ਕਿ ਇੱਕ ਤੁਹਾਡਾ H negative ਨੂੰ ਪ੍ਰੋਡਿਊਸ ਕਰੇਗਾ, ਜਦੋਂ ਇਹ ਐਡ ਕਰੋਗੇ ਤਾਂ ਇਸ ਐਡ ਕਰਨ ਦੇ ਨਾਲ ਦੇਖੋ ਕੀ ਹੋਏਗਾ। ਤਾਂ ਪਹਿਲੇ ਸਟੈਪ ਦੇ ਵਿੱਚ ਦੇਖੋ ਕੀ ਹੋਏਗਾ, ਜੋ ਤੁਹਾਡਾ H negative ਹੈ that will attack on your carbonyl carbon and ethoxy group ਤੁਹਾਡਾ ਬਾਹਰ ਨਿਕਲ ਜਾਏਗਾ। there will be a formation of your aldehyde plus RO negative ਨਾਲ ਕੀ ਲੱਗ ਜਾਏਗਾ H positive। देखो जो भी solution ਲਓਗੇ जो solvent तो H positive ਲੈ लेगा, there will be a formation of your alcohol। देखो जो aldehyde ਬਣਿਆ है वो further lithium aluminium hydride ਨਾਲ react ਕਰੇਗਾ to form your corresponding alcohol। ਤਾਂ ਦੇਖੋ ਜਦੋਂ ਤੁਹਾਡਾ ester lithium aluminium hydride ਨਾਲ react ਕਰਦਾ ਹੈ there will be a formation of two molecules of alcohol। first one is your RCH2OH and the second one is your ROH। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ ਆਏਗਾ। ਤਾਂ ਧਿਆਨ ਰੱਖਣਾ ਜਦੋਂ ਵੀ ਐਸਟਰ ਦੀ ਤੁਸੀਂ ਰਿਐਕਸ਼ਨ ਕਰਦੇ ਹੋ ਵਿਦ ਯੂਰ ਰਿਡਿਊਸਿੰਗ ਏਜੰਟ ਤਾਂ ਉੱਥੇ ਫਾਰਮ ਕੀ ਕਰਦੇ ਨੇ ਤੁਹਾਡੇ 2 ਮੋਲਸ ਐਲਕੋਹਲ ਕਰਦੇ ਨੇ। ਪਹਿਲੇ ਸਟੈਪ ਦੇ ਵਿੱਚ ਤੁਹਾਡਾ ਐਲਡੀਹਾਈਡ ਪਲੱਸ ਐਲਕੋਹਲ ਬਣਦਾ ਹੈ। ਸੈਕਿੰਡ ਸਟੈਪ ਦੇ ਵਿੱਚ ਜੋ ਤੁਹਾਡਾ ਐਲਡੀਹਾਈਡ ਹੈ ਫਰਦਰ थोड़ा लिथियम एल्यूमिनियम हाइड्राइड के नाल रिएक्ट करके देयर विल बी अ फॉर्मेशन ऑफ योर एल्कोहल। क्वेश्चन नंबर 147, एक पहला देखो जो स्टेप है एसिड की रिएक्शन की है क्लोरीन इन द प्रेजेंस ऑफ रेड फॉस्फोरस, दैट इज योर नेमिंग रिएक्शन हेल वोहलार्ड ਜ਼ੈਲੈਂਸਕਾਈ ਰਿਐਕਸ਼ਨ। ਇਹਦੇ ਵਿੱਚ ਕੀ ਹੁੰਦਾ ਹੈ ਅਲਫਾ ਜੋ ਹਾਈਡਰੋਜਨ ਹੈ that will be replaced by your ਹੈਲੋਜਨ। ਤਾਂ ਉਹ ਅਲਫਾ ਜੋ ਹਾਈਡਰੋਜਨ ਹੁੰਦੀ ਹੈ ਉਹ ਰਿਪਲੇਸ ਹੋ ਜਾਂਦੀ ਹੈ ਤੁਹਾਡੇ ਹੈਲੋਜਨ ਦੇ ਨਾਲ। ਤਾਂ ਤੇ ਪਹਿਲੇ ਸਟੈਪ ਦੇ ਵਿੱਚ ਇੱਥੇ ਕੀ ਆ ਜਾਏਗਾ ਤੁਹਾਡਾ ਅਲਫਾ ਹਾਈਡਰੋਜਨ will be replaced by your ਹੈਲੋਜਨ ਗਰੁੱਪ। ਸੈਕਿੰਡ ਸਟੈਪ ਦੇ ਵਿੱਚ ਦੇਖੋ ਕੀ ਹੈ ਤੁਹਾਡਾ ਐਲਕੋਹਲਿਕ KOH ਹੈ ਤੇ ਐਲਕੋਹਲਿਕ KOH ਦਾ ਕੰਮ ਕੀ ਹੁੰਦਾ ਹੈ ਐਲੀਮੀਨੇਸ਼ਨ E2 ਐਲੀਮੀਨੇਸ਼ਨ ਕਰਵਾਉਂਦਾ ਹੈ। ਤਾਂ ਇੱਥੇ ਕੀ ਹੋਏਗਾ ਤੁਹਾਡਾ ਹਾਈਡਰੋਜਨ ਤੇ ਕਲੋਰੀਨ ਬਾਹਰ ਨਿਕਲ ਜਾਏਗਾ to form your double bond here, to form your double bond here। next step ਦੇ ਵਿੱਚ ਦੇਖੋ ਫਿਰ ਤੋਂ HCl डाल ਲਿਆ ਹੈ HCl ਕੀ ਕਰੇਗਾ double bond ਤੇ ਐਡ ਹੋਏਗਾ via electrophilic addition reaction ਨਾਲ ਹੋਏਗਾ। ਇੱਥੇ ਕਿਹੜਾ ਰੂਲ ਲੱਗੇਗਾ ਤੁਹਾਡਾ ਮਾਰਕੋਨਿਕ ਆਫ ਰੂਲ। ਮਾਰਕੋਨਿਕ ਆਫ ਰੂਲ ਦੇ ਨਾਲ ਇੱਥੇ ਜੋ ਤੁਹਾਡਾ HCl ਹੈ ਉਹ ਐਡ ਹੋਏਗਾ। ਤਾਂ ਦੇਖੋ ਪਹਿਲੇ ਸਟੈਪ ਦੇ ਵਿੱਚ ਕੀ ਹੁੰਦਾ ਹੈ ਇਲੈਕਟ੍ਰੋਫਾਈਲ ਨੇ ਐਡ ਹੋਣਾ ਹੈ। ਤਾਂ ਜਦੋਂ ਇਲੈਕਟ੍ਰੋਫਾਈਲ ਦੇਖੋ ਇੱਥੇ ਐਡ ਹੋਏਗਾ ਤਾਂ ਦੇਖੋ ਇੱਥੇ ਜੋ H ਪੋਜ਼ਿਟਿਵ ਹੈ ਉਹ ਕਿਸ ਸਾਈਡ ਤੇ ਜਾਏਗਾ ਇਹ ਪੁਆਇੰਟ ਤੁਸੀਂ ਧਿਆਨ ਰੱਖਣਾ ਹੈ। ਤਾਂ H ਜੋ ਪੋਜ਼ਿਟਿਵ ਹੈ ਉਹ ਇਸ ਕਾਰਬਨ ਤੇ ਜਾ ਕੇ ਅਟੈਕ ਕਰੇਗਾ ਤੇ ਪੋਜ਼ਿਟਿਵ ਚਾਰਜ ਇਸ ਕਾਰਬਨ ਦੇ ਉੱਪਰ ਆਏਗਾ। ਰੀਜ਼ਨ ਕਿਉਂਕਿ ਜਦੋਂ ਪੋਜ਼ਿਟਿਵ ਚਾਰਜ ਇਸ ਕਾਰਬਨ ਦੇ ਉੱਪਰ ਆਂਦਾ ਹੈ ਉਹ ਇਸ ਬੈਂਜ਼ੀਨ ਰਿੰਗ ਦੇ ਨਾਲ ਰੈਜ਼ੋਨੈਂਸ ਵਿੱਚ ਸਟੇਬਲ ਹੁੰਦਾ ਹੈ। ਨੈਕਸਟ ਸਟੈਪ ਦੇ ਵਿੱਚ ਕਲੋਰਾਈਡ ਜੋ Cl ਨੈਗੇਟਿਵ ਹੈ ਉਹ ਇਸ ਕਾਰਬੋਕੇਟਾਇਨ ਤੇ ਅਟੈਕ ਕਰ ਦੇਗਾ ਟੂ ਫਾਰਮ ਯੂਅਰ ਫਾਈਨਲ ਪ੍ਰੋਡਕਟ B ਆਪਸ਼ਨ।
ठीक है। ध्यान रखना ਇੱਥੇ जो डबल बॉन्डेड कार्बन है जो थोड़ा H पॉजिटिव है वो इस कार्बन ਦੇ ਉੱਪਰ ਅਟੈਕ ਕਰਦਾ ਹੈ ਨਾ ਕਿ ਇਸ ਕਾਰਬਨ ਦੇ ਉੱਪਰ। ਰੀਜ਼ਨ ਬਿਕੋਜ਼ ਮੰਨ ਲਓ ਅਗਰ ਤੁਸੀਂ ਜੋ ਇੱਥੇ ਡਬਲ ਬੌਂਡਡ ਕਾਰਬਨ ਜੋ ਤੁਸੀਂ ਇੱਥੇ ਪੋਜ਼ਿਟਿਵ ਚਾਰਜ ਹੈ ਉਹ ਤੁਸੀਂ ਇਸ ਕਾਰਬਨ ਤੇ ਲਗਾਤਾ that is adjacent to your acid group ਤਾਂ ਇਹ ਬਹੁਤ ਹੀ ਜ਼ਿਆਦਾ ਅਨਸਟੇਬਲ ਹੋਏਗਾ। ਰੀਜ਼ਨ ਬਿਕੋਜ਼ ਕਾਰਬੋਕਸਿਲਿਕ ਐਸਿਡ ਕੀ ਹੁੰਦਾ ਹੈ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਹੈ ਤੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਤੁਹਾਡੇ ਕਾਰਬੋਕੇਟਾਇਨ ਦੀ ਸਟੇਬਿਲਿਟੀ ਨੂੰ ਘਟਾਉਂਦੇ ਨੇ ਤਾਂ ਇਹ ਵਾਲਾ ਸਟੈਪ ਤੁਹਾਡਾ ਕੀ ਹੋਏਗਾ ਅਨਸਟੇਬਲ ਹੋਏਗਾ। ਸੋ देयर विल बी नो फॉर्मेशन ऑफ दिस स्टेप ਤਾਂ ਕਰਕੇ ਆਪਾਂ ਕਾਰਬੋਕੇਟਾਇਨ ਦੂਸਰੀ ਕਾਰਬਨ ਤੇ ਬਣਾਵਾਂਗੇ that is resonance stabilized with the resonance through delocalization of electron in the benzene ring ਤਾਂ ਕਰਕੇ ਉਸ ਕਾਰਬੋਕੇਟਾਇਨ ਤੇ ਕਲੋਰਾਈਡ ਅਟੈਕ ਕਰਕੇ ਫਾਈਨਲ ਪ੍ਰੋਡਕਟ ਤੁਹਾਡਾ ਕੀ ਬਣੇਗਾ ਬੀ ਆਪਸ਼ਨ ਆਏਗਾ। क्वेश्चन नंबर 148 कहते ऑर्थोटॉलिक एसिड है उसकी रिएक्शन ਤੁਸੀਂ Br2 in the presence of ਆਇਰਨ ਕਰਵਾ ਰਹੇ ਹੋ ਐਜ਼ ਅ ਕੈਟਲਿਸਟ। ਦੇਖੋ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਆਰਥੋਟੋਲਿਕ ਐਸਿਡ ਹੁੰਦਾ ਕੀ ਹੈ ਤਾਂ ਆਪਾਂ ਇਸ ਨੂੰ ਬੋਲਦੇ ਹਾਂ ਤੁਹਾਡਾ ਆਰਥੋਟੋਲਿਕ ਐਸਿਡ। ਤਾਂ ਜਦੋਂ ਇਸ ਦੀ ਰਿਐਕਸ਼ਨ ਤੁਸੀਂ ਕਰਵਾ ਰਹੇ ਹੋ ਆਇਰਨ ਇਨ ਦਾ ਪ੍ਰੈਜ਼ੈਂਸ ਆਫ ਯੂਅਰ ਬ੍ਰੋਮੀਨ ਤਾਂ ਦੇਖੋ ਧਿਆਨ ਰੱਖਣ ਵਾਲੀ ਗੱਲ ਕੀ ਹੈ ਇਸ ਦੇ ਵਿੱਚ ਕਿ ਜੋ ਤੁਹਾਡਾ COOH group है that is your electron withdrawing group ਤਾਂ ਉਹ ਕੀ ਹੁੰਦਾ ਹੈ ਤੁਹਾਡਾ meta directing ਹੁੰਦਾ ਹੈ and ਜੋ ਮਿਥਾਈਲ ਹੈ that is your ortho para directing that is your ortho para directing ਤਾਂ ਦੋਨੋਂ ਕੰਡੀਸ਼ਨ ਨੂੰ ਅਗਰ ਆਪਾਂ ਸੈਟੀਸਫਾਈ ਕਰਵਾਈਏ ਤਾਂ ਤੁਹਾਡੇ ਕੋਲ ਦੋ ਪ੍ਰੋਡਕਟ ਫਾਰਮੇਸ਼ਨ ਇੱਥੇ ਪੋਸੀਬਲ ਨੇ। ਪਹਿਲਾ ਕੀ ਹੈ ਕਿ ਜੋ ਤੁਹਾਡਾ ਇੱਥੇ ਇਨਕਮਿੰਗ ਇਲੈਕਟ੍ਰੋਫਾਈਲ ਹੈ Br ਉਹ ਇਸ ਪੋਜੀਸ਼ਨ ਤੇ ਲੱਗ ਸਕਦਾ ਹੈ that is meta to the carboxylic group and ortho to the मिथाइल। दूसरी पॉसिबिलिटी की है जो थोड़े प्रोडक्ट फॉर्मेशन दी है दैट इज योर दिस प्रोडक्ट ਤਾਂ ਇਹਦੇ ਵਿੱਚ ਕੀ ਹੈ ਤੁਹਾਡਾ ਜੋ ਬ੍ਰੋਮੀਨ ਹੈ that is meta from your carboxylic group and para from your methyl group। ਹੁਣ ਤੁਸੀਂ ਦੇਖ ਸਕਦੇ ਹੋ ਕਿ ਜੋ ਤੁਹਾਡਾ ਆਹ ਵਾਲਾ ਸੈਕਿੰਡ ਵਾਲਾ ਪ੍ਰੋਡਕਟ ਹੈ that is the major one as compared to the first one because ਜੋ first one ਨੇ ਉਹਦੇ ਵਿੱਚ ਜੋ ਤਿੰਨੋਂ ਗਰੁੱਪ ਨੇ simultaneously attach ਨੇ ਜਿਸ ਕਰਕੇ steric hindrance steric repulsions create ਹੋ ਸਕਦੀਆਂ ਨੇ ਇਸ ਕਰਕੇ ਮਾਈਨਰ ਪ੍ਰੋਡਕਟ ਹੁੰਦਾ ਹੈ। ਤਾਂ ਇੱਥੇ ਮੇਜਰ ਪ੍ਰੋਡਕਟ ਕੀ ਬਣੇਗਾ ਤੁਹਾਡਾ ਸੈਕਿੰਡ ਵਾਲਾ ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਸੌਰੀ ਸੀ ਆਪਸ਼ਨ ਬਣੇਗਾ। ਦੇਖੋ ਕਨਫਿਊਜ਼ਨ ਕ੍ਰੀਏਟ ਕਰਨ ਲਈ ਦੇਖੋ ਦਿੱਤੇ ਹੋਏ ਨੇ ਤਾਂ ਧਿਆਨ ਰੱਖਣਾ ਡੀ ਆਪਸ਼ਨ ਦੇ ਵਿੱਚ ਦੇਖੋ ਕਾਰਬੋਕਸਿਲਿਕ ਦੇ ਪੈਰਾ ਪੋਜੀਸ਼ਨ ਤੇ ਦੇ ਰੱਖਿਆ ਹੈ ਗਲਤ ਹੈ ਇੱਥੇ ਆਨਸਰ ਕੀ ਬਣੇਗਾ ਤੁਹਾਡਾ ਸੀ ਆਪਸ਼ਨ। Question number 149. The compound that gives sharp band at 3300 and 2150 centimeter inverse in the IR spectrum। ਤਾਂ ਦੇਖੋ ਤੁਹਾਨੂੰ ਦੱਸ ਦਿੰਦੇ ਹਾਂ ਕੁਝ ਕੁ ਬੈਂਡ ਤੁਸੀਂ ਜੋ ਦਿਮਾਗ 'ਚ ਰੱਖਣੇ ਨੇ ਅਗਰ ਤੁਹਾਡਾ ਜੋ CH ਬੈਂਡ ਹੈ ਜੋ ਕਾਰਬਨ ਤੁਹਾਡਾ sp ਦੇ ਨਾਲ ਹਾਈਬ੍ਰਿਡਾਈਜ਼ਡ ਹੈ ਉਸਦਾ ਜੋ ਬੈਂਡ ਆਂਦਾ ਹੈ ਡਿਊ ਟੂ ਕਾਰਬਨ ਐਂਡ ਹਾਈਡਰੋਜਨ ਉਹ ਅਪਰੋਕਸੀਮੇਟਲੀ ਆਂਦਾ ਹੈ ਤੁਹਾਡਾ 3300 सेंटीमीटर इनवर्स पे। अगर कार्बन ट्रिपल बॉन्ड कार्बन है तो उसका जो बैंड आंदा है जनरली दैट कम्स एट योर 2100 सेंटीमीटर इनवर्स से आंदा है एंड अगर कार्बन ट्रिपल बॉन्ड नाइट्रोजन है तो उसका बैंड आंदा है 2250 सेंटीमीटर इनवर्स से। देखो ਇਹਨਾਂ ਨੂੰ ਕਿੱਦਾਂ ਡਿਸਟਿੰਗੁਇਸ਼ ਕਰ ਸਕਦੇ ਹੋ ਦੇਖੋ ਕੀ ਹੁੰਦਾ ਹੈ ਫ੍ਰੀਕੁਐਂਸੀ ਕਾਦੇ ਕੋਲ ਹੁੰਦੀ ਹੈ ਤੁਹਾਡੀ 1/2 ਪਾਈ रूट ऑफ के बाय न्यू। ਤਾਂ ਦੇਖੋ ਬੌਂਡ ਜਿੰਨਾ ਜ਼ਿਆਦਾ ਸਟਰੋਂਗ ਹੋਏਗਾ ਜਿੰਨਾ ਜ਼ਿਆਦਾ ਬੌਂਡ ਸਟਰੋਂਗ ਹੋਏਗਾ ਤਾਂ ਉਸਦੀ ਫ੍ਰੀਕੁਐਂਸੀ ਉਨੀ ਹੀ ਕੀ ਹੋਏਗੀ ਜ਼ਿਆਦਾ ਹੋਏਗੀ। ਤਾਂ ਤੁਹਾਨੂੰ ਪਤਾ ਹੈ ਨਾਈਟ੍ਰੋਜਨ ਦਾ ਸਾਈਜ਼ ਛੋਟਾ ਹੋਣ ਕਰਕੇ ਜੋ ਤੁਹਾਡਾ ਕਾਰਬਨ ਤੇ ਨਾਈਟ੍ਰੋਜਨ ਚ ਬੌਂਡ ਹੋਏਗਾ that will be more strong as compared to the carbon carbon bond। ਤਾਂ ਇਸ ਕਰਕੇ ਬੌਂਡ ਦੀ ਸਟਰੈਂਥ ਜ਼ਿਆਦਾ ਹੋਣ ਕਰਕੇ k ਵੈਲਿਊ ਜ਼ਿਆਦਾ ਹੋਣ ਕਰਕੇ ਇਸ ਦੀ ਫ੍ਰੀਕੁਐਂਸੀ ਵੀ ਕੀ ਆਏਗੀ ਤੁਹਾਡੀ ਜ਼ਿਆਦਾ ਆਏਗੀ। ਤਾਂ ਜਦੋਂ ਫ੍ਰੀਕੁਐਂਸੀ ਇਹਦੇ ਵਿੱਚ ਜ਼ਿਆਦਾ ਆਏਗੀ that means ਇਸ ਦੀ ਜੋ फंडामेंटल वाइब्रेशन है जिससे ये अपना स्पेक्ट्रम शो करेगा दैट विल बी हायर वैल्यू। तो इस करके जो कार्बन ट्रिपल बॉन्ड नाइट्रोजन है उसकी जो आईआर वैल्यू है दैट इज हायर देन कार्बन ट्रिपल बॉन्ड कार्बन। ਤਾਂ ਦੇਖੋ ਜੋ ਦੋਨੋਂ ਬੈਂਡ ਦਿੱਤੇ ਹੋਏ ਨੇ ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈ ਤਾਂ ਟ੍ਰਿਪਲ ਬੌਂਡ ਕਾਰਬਨ ਦੇ ਨਾਲ ਹਾਈਡਰੋਜਨ ਹੋਣਾ ਚਾਹੀਦਾ ਹੈ that is present in your 1 butene that is present in your 1 butene। ਤਾਂ 1 butene ਦੇ ਵਿੱਚ ਦੇਖੋ ਤੁਹਾਡਾ ਆਹ ਵਾਲਾ ਬੈਂਡ ਵੀ ਆ ਰਿਹਾ ਹੈ ਕਾਰਬਨ ਟ੍ਰਿਪਲ ਬੌਂਡ ਕਾਰਬਨ ਬੈਂਡ ਵੀ ਆ ਰਿਹਾ ਹੈ ਇੱਥੇ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ। क्वेश्चन नंबर 150 the intense band generally observed for carbonyl group in the IR spectrum। देखो IR ਦੇ ਵਿੱਚ ਜੋ ਵੀ ਤੁਹਾਡਾ ਸਪੈਕਟਰਮ ਸ਼ੋ ਕਰਦਾ ਹੈ ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈ change in dipole moment that is the basic condition for a molecule to exhibit IR spectra।
ਤਾਂ ਉਹਦੇ ਵਿੱਚ ਡਾਈਪੋਲ ਮੂਵਮੈਂਟ ਦਾ ਚੇਂਜ ਹੋਣਾ ਚਾਹੀਦਾ ਹੈ। ਤਾਂ ਤੁਸੀਂ ਦੇਖੋ ਕਾਰਬੋਨਿਲ ਗਰੁੱਪ ਹੈ ਤਾਂ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਹੋਣ ਕਰਕੇ देयर इज अ पोलैरिटी इन द कार्बोनिल बॉन्ड। ਤਾਂ ਡਿਊ ਟੂ ਦਾ ਪੋਲਰ ਨੇਚਰ ਜਾਂ ਆਪਾਂ ਕਹਿ ਸਕਦੇ ਹਾਂ ਲਾਰਜ ਚੇਂਜ ਇਨ ਡਾਈਪੋਲ ਮੂਵਮੈਂਟ, ਜੋ ਤੁਹਾਡਾ ਕਾਰਬੋਨਿਲ ਗਰੁੱਪ ਹੈ ਉਹ ਇੰਟੈਂਸ ਬੈਂਡ ਤੁਹਾਡਾ ਪ੍ਰੋਵਾਈਡ ਕਰਦਾ ਹੈ। ਤਾਂ 150 ਦਾ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ।